ਜੀ ਸੰਦੀਪ ਸਿੰਘ ਤੇ ਵਾਸੀ ਪਿੰਡ ਦੋਲੀ ਕੇ। ਮਸਲਾ ਇਹ ਆ ਵੀ ਸਾਡੇ ਪਿੰਡ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਬਜ਼ਾ ਕਰ ਰਹੀ ਆ ਸ਼ਾਮਲਾਟ ਦੀ ਜ਼ਮੀਨ 'ਤੇ। ਉਹਦੀ ਜਾਣਕਾਰੀ ਮੈਂ BDPO ਸਾਹਿਬ ਨੂੰ, BDPO ਬਲਾਕ ਪੰਚਾਇਤ ਅਫਸਰ ਆਦਮਪੁਰ ਨੂੰ ਲਿਖਤੀ ਦੇ ਦਿੱਤੀ ਸੀਗੀ ਇਸ ਕਬਜ਼ਾ ਹੋਣ ਤੋਂ ਪਹਿਲਾਂ ਕਿ ਪੰਚਾਇਤ ਜਿਹੜੀ ਉਹ ਕਬਜ਼ਾ ਕਰ ਰਹੀ, ਪੰਚਾਇਤ ਦੀ ਸਹਿਮਤੀ ਦੇ ਨਾਲ ਜਿਹੜੀ ਆ ਉਹ ਕਮੇਟੀ ਕਬਜ਼ਾ ਕਰ ਰਹੀ ਹੈ। ਉਹਨਾਂ ਦੀ ਨੌਲੇਜ ਹੋਣ ਤੋਂ ਬਾਅਦ ਵੀ ਇਹ ਜਿਹੜਾ ਛੁੱਟੀਆਂ ਦਾ ਫਾਇਦਾ ਉਠਾਉਂਦੇ ਹੋਏ ਸ਼ੁੱਕਰ, ਸ਼ਨਿੱਚਰ ਅਤੇ ਐਤਵਾਰ ਦਿਨ ਪੁਰ ਰਾਤ ਕਬਜ਼ਾ ਜਾਰੀ ਰਿਹਾ। ਇਹਦੀ ਜਾਣਕਾਰੀ ਵੀ ਮੈਂ ਥਾਣਾ ਆਦਮਪੁਰ 'ਚ ਲਿਖਤੀ ਦਿੱਤੀ ਸੀ, BDO ਸਾਹਿਬ ਨੂੰ ਫੋਨ 'ਤੇ ਵੀ ਦਿੱਤੀ ਸੀਗੀ, ਜਿਹਦੀ ਰਿਕਾਰਡਿੰਗ ਵੀ ਮੇਰੇ ਕੋਲ ਪਈ ਹੈ। ਕਬਜ਼ਾ ਕਰਦੇ ਕੰਮ ਚੱਲਦਾ ਰਾਤ ਬਰਾਤੇ ਕਰਦੇ ਆ ਜਾਂ ਦਿਨੇ ਕਰਦੇ? ਦਿਨ ਰਾਤ ਲਗਾਤਾਰ। ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਜੀ ਕੋਈ 5-6 ਵਜੇ। ਉਸ ਤੋਂ ਬਾਅਦ ਥਾਣੇ 'ਚ ਸ਼ਿਕਾਇਤ ਕੀਤੀ ਆ। ਵੈਸੇ ਚੌਂਕੀ ਵਾਲੀ ਪੁਲਿਸ ਚੱਕਰ ਵੀ ਮਾਰ ਗਈ ਸੀ ਇਹਨਾਂ ਕੋਲ ਅਤੇ ਨਹੀਂ, ਕੰਮ ਉਦੋਂ ਨਹੀਂ ਰੁਕਿਆ। ਫਿਰ ਉਹ ਤੋਂ ਬਾਅਦ ਮੈਂ ਔਨਲਾਈਨ ਸ਼ਿਕਾਇਤ ਕੀਤੀ ਸੀਗੀ DC ਸਾਹਿਬ ਦੀ ਮੇਲ 'ਤੇ। ਉਹਦੇ ਲਈ ਫਿਰ SCPO ਸਾਹਿਬ ਆਏ ਸੀਗੇ ਇਹ ਐਤਵਾਰ ਸ਼ਨੀਵਾਰ ਦਿਨ ਨੂੰ, ਅਤੇ ਉਹਨਾਂ ਨੇ ਮੌਕੇ 'ਤੇ ਪੰਚਾਇਤ ਨੂੰ ਕਹਿ ਕੇ ਕੰਮ ਰੁਕਾਇਆ ਸੀਗਾ ਅਤੇ ਮੈਨੂੰ ਵੀ ਕਿਹਾ ਵੀ ਕੰਮ ਰੁਕਾ ਦਿੱਤਾ। ਪਰ ਉਹਨਾਂ ਦੇ ਜਾਣ ਤੋਂ ਬਾਅਦ ਕੰਮ ਫਿਰ ਲਗਾਤਾਰ ਜਾਰੀ ਸੀ ਔਰ ਲਗਭਗ ਪੂਰੀ ਰਾਤ ਹੀ ਚੱਲਿਆ ਜੀ ਮੀਂਹ ਪੈਂਦੇ 'ਚ। ਬਕਾਇਦਾ ਉਹਦੀਆਂ ਵੀਡੀਓ ਮੇਰੇ ਕੋਲ ਹੈਗੀਆਂ। ਇਹ ਭਾਜੀ ਜਗ੍ਹਾ ਸ਼ਾਮਲਾਟ ਹੈ? ਬਿਲਕੁਲ ਜੀ, ਇਹ ਸ਼ਾਮਲਾਟ ਆ ਜੀ ਜਗ੍ਹਾ। ਸ਼ਾਮਲਾਟ ਇਹ ਇੱਕ ਕਨਾਲ ਦਾ ਹੈ ਜੀ। ਇਹ ਥੜੇ ਦੀ ਜਗ੍ਹਾ, ਥੜਾ ਮਤਲਬ ਸ਼ਾਮਲਾਟ ਦੇ ਵਿੱਚ ਥੜਾ ਆਉਂਦਾ। ਹੈਗੀ ਤਾਂ ਪੰਚਾਇਤੀ ਜਗ੍ਹਾ ਹੀ ਹੈ ਜੀ। ਹਾਂਜੀ, ਪੰਚਾਇਤੀ ਜਗ੍ਹਾ ਜੀ। ਪੰਚਾਇਤ ਦਾ ਫਰਜ਼ ਤਾਂ ਇਹ ਬਣਦਾ ਵੀ ਆਪਾਂ ਆਪਣੀ ਜ਼ਮੀਨ ਦੀ ਦੇਖਭਾਲ ਕਰੀਏ, ਉੱਤੇ ਕਿਸੇ ਦਾ ਕਬਜ਼ਾ ਨਾ ਹੋਣ ਦੇਈਏ। ਬਿਲਕੁਲ ਬਿਲਕੁਲ ਜੀ, ਪੰਚਾਇਤ ਦਾ ਫਰਜ਼ ਬਣਦਾ। ਜਿਹੜੀ ਆ ਉਹ ਮਤਲਬ ਨਾਲ ਹੀ ਕਰਾ ਰਹੀ, ਕਬਜ਼ਾ ਨਹੀਂ ਕਰੇ। ਬਿਲਕੁਲ ਜੀ, ਪੰਚਾਇਤ ਦੀ ਸਹਿਮਤੀ ਨਾਲ ਹੋ ਸਕਦਾ। ਜੇ ਪਿੰਡ ਦੇ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਕੇ ਕੀਤਾ ਜਾ ਰਿਹਾ ਕਬਜ਼ਾ ਲੋਕਾਂ ਨੂੰ ਇਕੱਠੇ ਕਰਕੇ, ਅਤੇ ਜੇ ਪੰਚਾਇਤ ਦੀ ਸਹਿਮਤੀ ਨਾ ਹੋਵੇ ਇੱਦਾਂ ਤਾਂ ਨਹੀਂ ਹੋ ਸਕਦਾ। ਪੰਚਾਇਤ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਂ, ਜੇ ਰੁਕਾਉਣਾ ਚਾਹੁੰਦਾ ਤਾਂ ਪੰਚਾਇਤ ਉਹਨੂੰ ਉਹਦੇ ਕੋਲ ਪੂਰਾ ਅਧਿਕਾਰ ਸੀ, ਰੁਕਾ ਸਕਦੇ ਆ। ਇਸ ਸੰਬੰਧੀ ਹੁਣ ਤੁਸੀਂ ਕਾਰਵਾਈ ਕੀ ਕੀਤੀ ਹੈ ਜੀ? ਮੈਂ ਜੀ BDO ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਆ। ਉਹਦਾ ਉਤਾਰਾ ਉੱਪਰ DDPO ਸਾਹਿਬ ਨੂੰ ਅਤੇ ਪੰਚਾਇਤ ਸਕੱਤਰ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ, ਇਹਨਾਂ ਸਾਰਿਆਂ ਨੂੰ ਭੇਜ ਦਿੱਤਾ ਅਤੇ BDPO ਸਾਹਿਬ ਹੁਣ ਅੱਗੇ ਜੋ ਵੀ ਕਾਰਵਾਈ ਕਰਨਗੇ। ਅਤੇ ਬਾਕੀ ਉਹਨਾਂ ਵੱਲੋਂ ਵੈਸੇ ਮੈਂ ਤਸੱਲੀ ਬਖਸ਼ ਮੈਨੂੰ ਕਾਰਵਾਈ ਲੱਗੀ ਨਹੀਂ ਕੋਈ, ਕਿਉਂਕਿ ਫੋਨ 'ਤੇ ਜਾਣਕਾਰੀ ਕਬਜ਼ਾ ਸ਼ੁਰੂ ਹੋਣ ਦੀ ਦੇਣ ਤੋਂ ਬਾਅਦਾਂ ਵੀ ਜੇ ਕੋਈ ਸਟੈਪ ਨਹੀਂ ਲੈਂਦੇ ਅਤੇ ਕੋਈ ਬਾਹਲੀ ਤਸੱਲੀ ਬਖਸ਼ ਨਹੀਂ। ਦੂਜੇ ਦਿਨ ਜੇ SCPO ਸਾਹਿਬ ਰੁਕਾ ਕੇ ਵੀ ਗਏ ਤਾਂ ਉਹ ਮਤਲਬ ਰੁਕਿਆ ਨਹੀਂ ਕੰਮ। ਹਾਂਜੀ ਹਾਂਜੀ, ਕੋਈ ਤਸੱਲੀ ਬਖਸ਼ ਨਹੀਂ ਕਾਰਵਾਈ। ਤੁਹਾਨੂੰ ਲੱਗਦੀ ਨਹੀਂ ਵੀ ਕੰਮ ਰੁਕੂਗਾ? ਨਹੀਂ, ਕੰਮ ਕਬਜ਼ਾ ਤਾਂ ਲਗਾਤਾਰ ਚੱਲ ਰਿਹਾ ਜੀ, ਜਾਰੀ ਹੈ। ਬਕਾਇਦਾ 3 ਦਿਨਾਂ ਦੇ ਵਿੱਚ ਉਹ 10-10 ਫੁੱਟ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ। ਅਤੇ ਹੁਣ ਤਾਂ ਜੇ ਮਤਲਬ ਪ੍ਰਬੰਧਕ ਕਮੇਟੀ ਆ, ਸਿਰਫ ਉਹਨਾਂ ਦਾ ਇੰਨਾ ਕੰਮ ਆ ਵੀ ਵਿਚਕਾਰਲੀ ਕੰਧ ਤੋੜ ਕੇ ਨਾ ਅੜੜਾ ਲਈਏ। ਆਪਾਂ ਜੇ ਨਹੀਂ ਇਹ ਕੰਮ ਰੁਕਦਾ ਤਾਂ ਆਪਾਂ ਅਗਾਊਂ ਕੀ ਕਾਰਵਾਈ ਕਰਾਂਗੇ? ਅਗਾਊਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਦੀ ਆ। ਮੈਂ ਤਾਂ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਪ੍ਰਸ਼ਾਸਨ ਨੂੰ ਦੱਸ ਸਕਦਾ ਵੀ ਤੁਹਾਡੀ ਜਿਹੜੀ ਆ ਸਰਕਾਰੀ ਜ਼ਮੀਨ ਹੈ, ਲੋਕਾਂ ਦੀ ਜ਼ਮੀਨ ਆ, ਅਤੇ ਇਹ ਇੱਕ ਧਰਮ ਨੂੰ ਕਿ ਕਿਸੇ ਵੀ ਧਰਮ ਨੂੰ, ਮਤਲਬ ਧਾਰਮਿਕ ਤੌਰ 'ਤੇ ਤਾਂ ਨਹੀਂ, ਕਿਉਂਕਿ ਸਾਡਾ ਦੇਸ਼ ਜਿਹੜਾ ਧਰਮ ਨਿਰਪੱਖ ਹੈ, ਧਾਰਮਿਕ ਤੌਰ 'ਤੇ ਨਹੀਂ। ਜੇ ਕਾਨੂੰਨੀ ਤਰੀਕੇ ਨਾਲ ਵੈਸੇ ਜੇ ਧਰਮ ਲਈ ਕੋਈ ਹੈ ਇਹੋ ਜਿਹੀ ਪ੍ਰੋਵੀਜ਼ਨ ਲੈ ਲੈਣ ਤਾਂ ਫਿਰ ਤਾਂ ਮੈਨੂੰ ਇਤਰਾਜ਼ ਵੀ ਕੋਈ ਨਹੀਂ। ਕਹਿਣ ਦਾ ਮਤਲਬ ਇਹ ਆ ਵੀ ਜੇ ਉਹਨੀ ਗੁਰਦੁਆਰੇ ਨੂੰ ਜਗ੍ਹਾ ਵੀ ਪੰਚਾਇਤ ਨੇ ਦੇਣੀ ਆ ਤਾਂ ਉਸ ਦੀ ਆਮ ਇਜਲਾਸ ਸੱਦ ਲੈਂਦੇ ਪਿੰਡ। ਕਾਨੂੰਨੀ ਤਰੀਕੇ ਦੇ ਨਾਲ ਕੋਈ ਵੀ ਮਤਲਬ ਜੇਕਰ ਇਹੋ ਜਿਹੀ ਕੋਈ ਵੀ ਪ੍ਰੋਵੀਜ਼ਨ ਕਾਨੂੰਨ ਦੇ ਵਿੱਚ ਹੈਗੀ ਆ, ਜੇ ਉਹ ਭਾਜੀ ਕਰ ਸਕਦੇ ਆ। ਬਿਲਕੁਲ ਪੰਚਾਇਤ ਕੋਲ ਪੂਰਾ ਅਧਿਕਾਰ ਆ। ਜੇ ਉਹ ਦੇ ਸਕਦੇ ਸੀਗੇ ਅਤੇ ਮਤਲਬ ਇਹ ਲੈਂਦੇ ਜੀ ਸਦਕੇ ਮੈਂ ਨਾਲ ਖੜਾ ਹੋ ਕੇ ਇੱਟਾਂ ਲਵਾਉਂਦਾ, ਇਹ ਤਾਂ ਕੋਈ ਗੱਲ ਹੀ ਨਹੀਂ ਜੀ। ਹੋਣਾ ਜੀ, ਤੁਹਾਨੂੰ ਵੀ ਪਤਾ ਡਿਪਟੀ ਡਾਇਰੈਕਟਰ ਤੱਕ ਕਿੱਥੋਂ ਹੋ ਕੇ ਜਾਣਾ ਸੀ। ਡਿਪਟੀ ਡਾਇਰੈਕਟਰ ਫਿਰ ਵੀ ਉਹ ਤੋਂ ਅਧਿਕਾਰ ਨਹੀਂ ਹੁੰਦਾ ਜੀ। ਚਲੋ ਮਤਲਬ ਜੇ ਹੋ ਸਕਦਾ ਸੀ, ਮੈਂ ਤਾਂ ਇਹ ਕਿਹਾ ਵੀ ਜੇ ਇੱਦਾਂ ਦਾ ਹੈਗੀ ਕੋਈ ਪ੍ਰੋਵੀਜ਼ਨ ਹੁੰਦੀ ਕਾਨੂੰਨ ਦੇ ਵਿੱਚ ਤਾਂ ਲੈਂਦੇ ਜੀ ਸਦਕੇ ਮੈਂ ਨਾਲ ਆ, ਇਹ ਤਾਂ ਕੋਈ ਗੱਲ ਨਹੀਂ ਹੈ ਨਾ। ਤੁਹਾਡੇ ਕਹਿਣ ਦਾ ਮਤਲਬ ਆ ਕਿ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਨਜਾਇਜ਼ ਕਬਜ਼ਾ ਉਹ ਕਰ ਰਹੇ? ਹਾਂਜੀ, ਧਾਰਮਿਕ ਪਰਪਸ ਦੇ ਲਈ ਨਜਾਇਜ਼ ਕਬਜ਼ਾ ਸੀ। ਮਤਲਬ ਸਾਹਮਣੇ ਆ, ਹੋਇਆ ਕੰਧਾਂ ਹੋਈਆਂ। ਪ੍ਰਸ਼ਾਸਨ ਤੋਂ ਕੀ ਹੋਣਾ ਚਾਹੁੰਦੇ ਆ ਜੀ? ਪ੍ਰਸ਼ਾਸਨ ਇਹਦੇ ਲਈ ਜੋ ਵੀ ਪ੍ਰਸ਼ਾਸਨ ਨੂੰ ਲੱਗਦਾ ਵੀ ਜੋ ਜਾਇਜ਼ ਕਾਰਵਾਈ ਆ। ਅਤੇ ਵੈਸੇ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਪਹਿਲਾਂ 9 ਮਰਲੇ 'ਚ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਦੀ ਆ, ਜੇ ਪ੍ਰਾਈਵੇਟ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਕਿਸੇ ਨੇ ਦਾਨ ਕੀਤੀ ਹੋਈ ਸੀਗੀ, ਉਹਦੇ ਤੋਂ ਬਿਨਾਂ ਵੀ ਜਿਹੜਾ ਬਾਕੀ ਵੀ ਪਹਿਲਾਂ ਵੀ ਕਬਜ਼ਾ ਜੀ, ਮਤਲਬ ਕਬਜ਼ੇ ਦੇ ਅਧੀਨ ਆ। ਚਲੋ ਪੁਰਾਣੇ ਕਬਜ਼ੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਕਹਿੰਦੇ ਨਹੀਂ, ਪਰ ਹੁਣ ਜਿਹੜਾ ਮੇਰੀ ਮਤਲਬ ਸਮਝ ਦੇ ਵਿੱਚ ਮੇਰੇ ਸਾਹਮਣੇ ਹੋ ਰਿਹਾ ਕਬਜ਼ੇ ਹੈ ਨਾ ਨਜਾਇਜ਼, ਇਹੋ ਜਿਹਾ ਕੋਈ ਬਾਹਲਾ ਚੰਗਾ ਨਹੀਂ ਲੱਗਦਾ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਵੀ ਅਸੀਂ ਸਰਕਾਰ ਦੀ ਜ਼ਮੀਨ ਕੋਈ ਕਬਜ਼ਾ ਕਰਦਾ ਤਾਂ ਉਹਨੂੰ ਦੱਸੀਏ ਤੱਕ ਨਾ। ਸਾਡਾ ਫਰਜ਼ ਬਣਦਾ ਜੀ। ਫਰਜ਼ ਬਣਦਾ, ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਜੀ। ਜੇ ਕੋਈ ਨਜਾਇਜ਼ ਕਬਜ਼ਾ ਪੰਚਾਇਤੀ ਜ਼ਮੀਨ 'ਤੇ ਹੁੰਦਾ, ਸਗੋਂ ਸਾਡੀ
ਪਬਲਿਕ ਦੀ ਪ੍ਰਾਪਰਟੀ ਪਬਲਿਕ ਦੀ ਪ੍ਰਾਪਰਟੀ ਆ। ਮੈਂ ਉੱਥੇ ਕੋਈ ਡਿਸਪੈਂਸਰੀ ਯਾਨੀ ਕਿ ਕੋਈ ਲੋਕਾਂ ਦੀ ਸਹੂਲਤ ਵਾਸਤੇ ਬਿਲਕੁਲ ਬਿਲਕੁਲ ਜੀ, ਇਹ ਥੜਾ ਛੱਡਿਆ ਗਿਆ। ਸ਼ਾਮ ਆਉਣ ਜਾਣ ਵਾਲੇ ਬੰਦੇ ਸ਼ਾਮੇ ਬੈਠਦੇ ਸੀਗੇ। ਤੇ ਇਹ ਤੋਂ ਪਹਿਲਾਂ ਇੱਥੇ ਪਿੱਪਲ ਸੀਗਾ। ਸੱਥ ਜੀ, ਹੈ ਨਾ। ਇਹੋ ਜਿਹੀਆਂ ਚੀਜ਼ਾਂ ਜਦੋਂ ਪਿੰਡਾਂ 'ਚੋਂ ਗਾਇਬ ਹੁੰਦੀਆਂ ਜਾਣਗੀਆਂ, ਅਸੀਂ ਉਹਨਾਂ ਨੂੰ ਕਾਬਜੇ ਕਰਕੇ ਉਹ ਬਿਲਡਿੰਗਾਂ ਬਣਾਈ ਜਾਵਾਂਗੇ ਵੱਡੀਆਂ ਵੱਡੀਆਂ, ਤਾਂ ਫਿਰ ਉਹ ਵਿਰਾਸਤ ਗਈ ਲੋਕਾਂ ਨੂੰ ਬਹਿਣ ਨੂੰ। ਜੇ ਥਾਂ ਹੀ ਨਹੀਂ ਹੋਊਗਾ ਤਾਂ ਅਸੀਂ ਮੁੜ ਕੇ ਇਹ ਗੱਲਾਂ ਕਰਦੇ ਵੀ ਥੜਿਆਂ ਥੱਲੇ ਲੋਕ ਬਹਿੰਦੇ ਨਹੀਂ। ਜੇ ਥੜਾ ਹੈ ਹੀ ਨਹੀਂ ਤਾਂ ਬੈਠਣਾ ਕਿੱਥੇ ਬੈਠਾਂਗੇ। ਬਾਕੀ ਧਰਮ, ਹਰੇਕ ਬੰਦਾ ਇੱਕ ਧਰਮ ਨਾਲ ਸੰਬੰਧਿਤ ਨਹੀਂ, ਕਈ ਤਰ੍ਹਾਂ ਦੇ ਧਰਮ ਹੋ ਸਕਦਾ। ਇਸ ਧਾਰਮਿਕ ਸਥਾਨ 'ਤੇ ਦੂਜੇ ਧਰਮ ਵਾਲੇ ਕੋਈ ਲੋਕ ਨਾ ਵੀ ਆਉਣਾ ਚਾਹੁਣ, ਹੈ ਨਾ, ਜਾਂ ਇਹ ਉਹਨਾਂ ਨੂੰ ਅੰਦਰ ਨਾ ਆਉਣ ਦੇਣਾ ਚਾਹੁਣ, ਕੁਛ ਵੀ ਹੋ ਸਕਦਾ ਨਾ। ਉਹ ਇਹ ਧਰਮ ਦੇ ਨਾਂ 'ਤੇ ਤਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਧਰਮ ਤਾਂ ਕਹਿੰਦਾ ਹੀ ਨਹੀਂ ਜੀ ਕਿਸੇ ਧਰਮ ਤਾਂ ਜੇ ਅਸੀਂ ਬਿਲਕੁਲ ਜੇ ਅਸੀਂ ਕਹੀਏ ਵੀ ਨਹੀਂ ਧਰਮ ਸਾਂਝਾ, ਧਰਮ ਕਦੇ ਸਾਂਝਾ ਥੋੜ੍ਹੀ ਹੋ ਸਕਦਾ। ਧਰਮ ਤਾਂ ਆਪਣੇ ਆਪਣੇ ਆ, ਮਤਲਬ 36 ਧਰਮ ਬਣੇ ਫਿਰਦੇ ਆ। ਆਪਾਂ ਸਤਿਕਾਰ ਕਰਦੇ ਸਾਰੇ। ਸਤਿਕਾਰ ਤਾਂ ਪੂਰਾ ਜੀ। ਧਰਮ ਚਾਹੇ ਸਿੱਖ ਧਰਮ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ, ਕੋਈ ਵੀ ਧਰਮ ਹੋਵੇ, ਧਰਮ ਦਾ ਆਪਣੇ ਥਾਂ 'ਤੇ ਸਤਿਕਾਰ ਆ। ਪਰ ਜਿੰਨਾ ਚਿਰ ਉਹ ਦੂਜੇ 'ਚ ਦਖਲ ਨਾ ਦੇਵੇ। ਮਤਲਬ ਇਹਨਾਂ ਦਾ ਆਪਣੀ ਕੋਈ ਰੰਜਿਸ਼ ਤਾਂ ਨਹੀਂ ਹੋਊਗਾ ਕਿਸੇ ਨਾਲ? ਨਹੀਂ ਬਿਲਕੁਲ ਨਹੀਂ ਜੀ। ਜਾਂ ਕਮੇਟੀ ਨਾਲ ਜਾਂ ਪੰਚਾਇਤ ਨਾਲ ਇਦਾਂ ਦੀ ਕੋਈ ਗੱਲ? ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਜੀ। ਮੇਰੀ ਪਰਸਨਲ ਰੰਜਿਸ਼ ਕਿਸੇ ਨਾਲ ਨਹੀਂ। ਲਓ ਜੀ, ਮੈਂ ਕੀ ਕਹਾਂ, ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ, ਹੁਣ ਜੋ ਵੀ ਹੋ ਰਿਹਾ ਆ ਵੀ ਗਲਤ ਹੋ ਰਿਹਾ ਆ। ਕੁਛ ਗੁਰੂ ਦੇ ਨਾਮ 'ਤੇ ਜੋ ਕਬਜ਼ਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ। ਇਹ ਘੱਟੋ ਘੱਟ ਜੇ ਕੋਈ ਕਰਨਾ ਉਹਦਾ ਸੱਚ ਦੇ ਰਾਹ 'ਤੇ ਚੱਲ ਕੇ ਕਰਨਾ ਚਾਹੀਦਾ। ਜੇ ਅਸੀਂ ਗੁਰੂ ਦੇ ਸਿੱਖ ਵੀ ਕਹਾਉਣਾ ਆ, ਗੁਰਦੁਆਰਾ ਦੇ ਵਿੱਚ ਸੇਵਾ ਵੀ ਦਿਨ ਰਾਤ ਕਰਨੀ ਆ, ਫਿਰ ਵੀ ਗਲਤ ਕੰਮ, ਝੂਠੇ ਕੰਮ ਕਰਨੇ ਆ, ਝੂਠੀਆਂ ਗੱਲਾਂ ਕਰਨੀਆਂ ਆ, ਉਹ ਸ਼ੋਭਾ ਨਹੀਂ ਦਿੰਦੀਆਂ। ਖਾਸ ਕਰਕੇ ਜਿਹੜੇ ਗੁਰੂ ਦਾ ਪ੍ਰਬੰਧ ਸਾਂਭਦੇ ਹੋਣ ਉਹਨਾਂ ਦਾ। ਜੇ ਤਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਵਿੱਚ ਕੋਈ ਇੱਦਾਂ ਦਾ ਤੁਕ ਬਾਣੀ ਦੀ ਹੈਗੀ ਆ, ਫਿਰ ਤਾਂ ਚਲੋ ਕਰੋ ਵੀ ਸਾਡਾ ਗੁਰੂ ਕਹਿੰਦਾ। ਜਾਂ ਜੇ ਗੁਰੂ ਕਹਿੰਦਾ ਹੀ ਨਹੀਂ ਇੱਦਾਂ ਦੇ ਕੰਮ ਨੂੰ, ਤਾਂ ਫਿਰ ਆਪਾਂ ਨੂੰ ਉਹਦੇ ਉਲਟ ਨਹੀਂ ਹੋਣਾ ਚਾਹੀਦਾ। ਤੁਸੀਂ ਭਾਜੀ ਪਹਿਲਾਂ ਪੰਚ ਵੀ ਰਹੇ? ਹਾਂਜੀ ਜੀ, ਮੈਂ ਸਾਬਕਾ ਪੰਚ ਹਾਂ ਜੀ। ਤੁਸੀਂ ਮੌਜੂਦਾ ਜਿਹੜੀ ਤੁਹਾਡੀ ਕੋਆਪਰੇਟਿਵ ਸੁਸਾਇਟੀ ਆ ਉਹਦੇ ਤੁਸੀਂ ਪ੍ਰਧਾਨ ਵੀ? ਹਾਂਜੀ, ਉਹਦਾ ਵਾਈਸ ਪ੍ਰਧਾਨ ਹਾਂ ਜੀ ਮੈਂ। ਜਦੋਂ ਭਾਜੀ ਇਹ ਤੁਹਾਡੀ ਪੰਚਾਇਤ ਸੀਗੀ, ਹਾਂਜੀ, ਵੀ ਕੋਈ ਇੱਦਾਂ ਦਾ ਤੁਹਾਡੀ ਪੰਚਾਇਤ ਵੱਲੋਂ? ਨਹੀਂ ਸਾਡੀ ਪੰਚਾਇਤ ਵੇਲੇ ਨਹੀਂ, ਉਦੋਂ ਪਹਿਲਾਂ 15 ਸਾਲ ਤੋਂ ਪਹਿਲਾਂ ਵੀ ਗੁਰਦੁਆਰੇ ਦੇ ਅੰਡਰ ਜੋ ਹੈਗੀ ਆ ਵੀ ਸ਼ਾਮਲਾਟ ਲਗਭਗ 1.5 ਕਨਾਲ ਦੇ ਲਾਗੇ ਛਾਗੇ ਸ਼ਾਮਲਾਟ ਹੈਗੀ ਆ। ਹੁਣ ਇਸ ਵੇਲੇ ਵੀ ਜੋ ਇਹਨੂੰ ਦੁਬਾਰਾ ਰੰਗਤ ਪਬਲਿਕ ਟੋਇਲਟਾਂ ਦੀ ਦੇਣੀ ਜਾਣੀ, ਜਦੋਂ ਹੁਣ ਮਤਲਬ ਕਿ ਸਰਕਾਰ ਦੇ ਤਾਈਂ ਗੱਲ ਪਹੁੰਚੀ ਆ। ਹਾਂਜੀ, ਇਹਨੇ ਮਤਾ ਪਾਇਆ ਪਬਲਿਕ ਟੋਇਲਟਾਂ ਦਾ। ਅਸੀਂ ਤਾਂ ਇਹ ਕਹਿੰਦੇ ਹਾਂ ਜੇ ਪਬਲਿਕ ਟੋਇਲਟਾਂ ਬਣਾਉਣੀਆਂ ਤਾਂ ਗੁਰੂ ਘਰ ਦੇ ਲਾਗੇ ਕਾਹਤੋਂ ਬਣਾਉਣੀਆਂ ਆ? ਪਬਲਿਕ ਟੋਇਲਟਾਂ ਲਈ ਉੱਥੇ ਬਕਾਇਦਾ ਨਾਲ ਹੀ ਥਾਂ ਹੈਗਾ ਆ, ਥੋੜ੍ਹਾ ਜਿਹਾ ਛੱਡ ਕੇ ਲਗਭਗ ਜਿੱਥੇ ਜੋਤ ਨਹੀਂ ਜੀ, ਉੱਥੇ ਨਾਲ ਹੀ ਜੋਤ ਸੀਮੈਂਟ ਸਟੋਰ ਹੈਗਾ, ਉਹਦੇ ਐਨ ਮੋਰਲੇ ਪਾਸੇ ਪਬਲਿਕ ਟੋਇਲਟਾਂ ਦਾ ਮਤਲਬ ਕਿ ਥਾਂ ਹੈਗਾ ਆ। ਥੋੜ੍ਹਾ ਜਿਹਾ ਗੁਰਦੁਆਰੇ ਤੋਂ ਪਰੇ ਹੋ ਕੇ ਜਾਂ ਉਦੋਂ ਪਰਲੇ ਪਾਸੇ ਵੀ ਥੋੜ੍ਹਾ ਪਬਲਿਕ ਟੋਇਲਟਾਂ ਦਾ ਥਾਂ ਹੈਗਾ ਆ। ਜੇ ਪਬਲਿਕ ਟੋਇਲਟਾਂ ਵੀ ਬਣਦੀਆਂ, ਜਿੱਥੇ ਪਬਲਿਕ ਟੋਇਲਟਾਂ ਲਈ ਥਾਂ ਛੱਡਿਆ ਆ ਸਰਕਾਰ ਨੇ ਜਾਂ ਮਰੱਬੇਬੰਦੀ ਵੇਲੇ ਸਾਡੀਆਂ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਕਟੌਤੀ ਹੋ ਕੇ ਥਾਂ ਛੱਡਿਓ ਆ। ਇਹ ਕਿਸੇ ਦੇ ਕੋਈ ਪਰਸਨਲ ਜ਼ਮੀਨ ਨਹੀਂ, ਹਰੇਕ ਜੋ ਜ਼ਿਮੀਂਦਾਰ ਦੀ ਜਿੰਨੀ ਜ਼ਮੀਨ ਸੀ ਉਹ 'ਚੋਂ ਕਟੌਤੀ ਹੋ ਕੇ ਥਾਂ ਛੱਡ ਹੋਇਓ ਆ। ਉੱਥੇ ਪਬਲਿਕ ਟੋਇਲਟਾਂ ਦਾ ਥਾਂ ਹੈਗਾ। ਜੇ ਪਬਲਿਕ ਟੋਇਲਟਾਂ ਬਣਾਉਣੀਆਂ ਤਾਂ ਮੈਂ ਤਾਂ ਇਹ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਜਿੱਥੇ ਉੱਥੇ ਪਬਲਿਕ ਟੋਇਲਟਾਂ ਦਾ ਥਾਂ ਹੈਗਾ ਆ ਉੱਥੇ ਪਬਲਿਕ ਟੋਇਲਟਾਂ ਬਣਾਈਆਂ ਜਾਣ। ਗੁਰਦੁਆਰੇ ਦੀ ਇਮਾਰਤ ਦੇ ਜੋ ਪਹਿਲਾਂ ਬਣ ਕਿਸੇ ਵੀ ਧਾਰਮਿਕ ਗੁਰਦੁਆਰੇ ਨਹੀਂ, ਕਿਸੇ ਵੀ ਧਾਰਮਿਕ ਸਥਾਨ ਦੇ ਲਾਗੇ ਪਬਲਿਕ ਟੋਇਲਟਾਂ ਨਾ ਹਾਂ ਪਬਲਿਕ ਟੋਇਲਟਾਂ ਨਾ ਬਣਾਈਆਂ ਜਾਣ। ਅਤੇ ਜੇ ਫਿਰ ਨਜਾਇਜ਼ ਕਬਜ਼ਾ ਹੈ ਤਾਂ ਉਹ ਵੀ ਨਾ ਹੋਣ ਦਿੱਤਾ ਜਾਵੇ। ਅਸੀਂ ਪਿੰਡ ਦੋਲੀ ਕੇ ਵਿਖੇ ਪਹੁੰਚ ਚੁੱਕੇ ਹਾਂ। ਆਪਾਂ ਪਿੰਡ ਦੇ ਮੈਂਬਰ ਪੰਚਾਇਤ ਮਨੋਜ ਕੁਮਾਰ ਜੀ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦੇ ਪਿੰਡ ਵਿਖੇ ਇੱਕ ਪਬਲਿਕ ਟੋਇਲਟਾਂ ਜਿਹੜੀਆਂ ਦੀ ਉਸਾਰੀ ਚੱਲ ਰਹੀ ਆ, ਜਿਸ ਸੰਬੰਧੀ ਪਿੰਡ ਦੇ ਇੱਕ ਦੋ ਵਿਅਕਤੀਆਂ ਵੱਲੋਂ ਪੰਚਾਇਤ ਮਹਿਕਮੇ ਨੂੰ ਕੰਪਲੇਂਟ ਕੀਤੀ ਆ। ਆਓ ਇਸ ਸੰਬੰਧੀ ਪੰਚ ਸਾਹਿਬ ਕੋਲ ਜਾਣਦੇ ਕੀ ਮਾਮਲਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਮੈਂਬਰ ਪੰਚਾਇਤ ਮਨੋਜ ਕੁਮਾਰ, ਸਰਪੰਚ ਪਤੀ। ਸਾਡੇ ਪਿੰਡ ਦੋਲੀ ਕੇ ਸੁੰਦਰਪੁਰ ਵਿਖੇ ਇੱਕ ਅਸੀਂ ਆਮ ਇਜਲਾਸ ਬੁਲਾਇਆ ਸੀ 15 ਦਸੰਬਰ ਨੂੰ। ਉਹਦੇ ਵਿੱਚ ਜੋ ਸ਼ਾਮਲਾਤ ਦੀ ਜਗ੍ਹਾ ਆ, ਉਹਦੇ ਵਿੱਚ ਆਮ ਇਜਲਾਸ 'ਚ ਲੋਕਾਂ ਦੀ ਆਮ ਸਹਿਮਤੀ 'ਤੇ, ਲੋਕਾਂ ਦੀ ਡਿਮਾਂਡ 'ਤੇ ਪਬਲਿਕ ਵੈਲਫੇਅਰ ਲਈ ਇੱਕ ਅਸੀਂ ਪਬਲਿਕ ਟੋਇਲਟਾਂ ਬਣਾਉਣ ਦਾ ਰੈਜੂਲੇਸ਼ਨ ਪਾਇਆ, ਜਿਹਦੇ ਲਈ ਸੁਪਰਵਿਜ਼ਨ ਪੰਚਾਇਤ ਦੀ ਆ। ਬਾਕੀ ਜੋ ਫੰਡਸ ਆ ਉਹ NRI ਜਾਂ ਪਿੰਡ ਦੀਆਂ ਕਮੇਟੀਆਂ ਜਾਂ ਪਿੰਡ ਦੇ ਦਾਨੀ ਸੱਜਣ ਜਿਹੜੇ ਉਹਦੇ ਵਿੱਚ ਲਗਾ ਰਹੇ ਆ। ਉਹ ਜਿਹੜੀਆਂ ਪਬਲਿਕ ਟੋਇਲਟਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਕਾਇਦਾ ਅਨਾਊਂਸਮੈਂਟ ਕਰਕੇ ਆਮ ਇਜਲਾਸ ਪਾਇਆ ਵੀ ਕਿਸੇ ਨੂੰ ਜੇ ਕੋਈ ਓਬਜੈਕਸ਼ਨ ਵਗੈਰਾ ਹੈਗਾ ਤਾਂ ਸਾਨੂੰ ਦੱਸ ਸਕਦਾ। ਉਦੋਂ ਤਾਂ ਕਿਸੇ ਨੇ ਨਹੀਂ ਜੀ ਕੀਤਾ, ਸਾਰੇ ਪਿੰਡ ਦੀ ਸਹਿਮਤੀ ਆ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ, ਨਾ ਸਾਡੀ ਕਿਸੇ ਨਾਲ ਰੰਜਿਸ਼ ਆ, ਨਾ ਉਸ ਜਗ੍ਹਾ 'ਤੇ ਉਹ ਜਿਹੜੀਆਂ ਟੋਇਲਟਾਂ ਬਣ ਰਹੀਆਂ ਉਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਆ।
ਉਹ ਜੇ ਕਿਸੇ ਨੂੰ ਇਹ ਪ੍ਰੋਬਲਮ ਆ ਵੀ ਉਹ ਗੁਰਦੁਆਰਾ ਸਾਹਿਬ ਦੇ ਨਾਲ ਉਹਦਾ ਪੂਰਾ ਸਫਾਈ ਦਾ ਸਾਰਾ ਉਹਦਾ ਧਿਆਨ ਰੱਖਿਆ ਜਾਊਗਾ। ਨਾਲ ਉੱਥੇ ਸੱਥ ਆ ਪਿੰਡ ਦੇ ਲਾਗੇ ਆ, ਉਹ ਸਿਰਫ ਲੋਕਾਂ ਦੀ ਸਹੂਲਤ ਲਈ ਬਣਾਈਆਂ ਜਾ ਰਹੀਆਂ, ਕਿਸੇ ਨਾਲ ਸਾਡੀ ਕੋਈ ਰੰਜਿਸ਼ ਨਹੀਂ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਮਾਨਯੋਗ BDPO ਸਾਹਿਬ ਨੂੰ ਜਾਂ ਸਾਰਿਆਂ ਨੂੰ ਉਹਨਾਂ ਦੇ ਧਿਆਨ 'ਚ ਲਿਆ ਦਿੱਤਾ ਵੀ ਸਾਡਾ ਪ੍ਰੋਜੈਕਟ ਚੱਲਦਾ ਆ। ਬਾਕੀ ਪ੍ਰਸ਼ਾਸਨ ਵੱਲੋਂ ਜਿੱਦਾਂ ਸਾਨੂੰ ਜੋ ਵੀ ਹੋਊਗਾ ਅਸੀਂ ਉਹਦੇ ਅਕੋਰਡਿੰਗ ਚੱਲ ਕੇ ਉਹਦੀ ਉਸਾਰੀ ਕਰਾ ਦਿਆਂਗੇ ਜੀ, ਪਿੰਡ ਦੇ ਸਹਿਯੋਗ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਦਲਵੀਰ ਸਿੰਘ ਭੋਗਲ, ਮੈਂਬਰ ਪੰਚਾਇਤ ਪਿੰਡ ਦੋਲੀ ਕੇ ਸੁੰਦਰਪੁਰ। ਜਿਸ ਤਰ੍ਹਾਂ ਪੰਚ ਸਾਹਿਬ ਨੇ ਦੱਸਿਆ ਹੈ ਬਿਲਕੁਲ ਉਸ ਤਰ੍ਹਾਂ ਹੀ ਹੈਗਾ ਆ। ਅਸੀਂ ਉਹ ਸ਼ਾਮਲਾਟ ਜਗ੍ਹਾ ਆ ਪਿੰਡ ਦੋਲੀ ਕੇ ਸੁੰਦਰਪੁਰ ਦੀ, ਉਹਦੇ ਵਿੱਚ ਜਿਹੜੀਆਂ ਪਬਲਿਕ ਟੋਇਲਟਾਂ ਆ ਉਹ ਬਣਾ ਰਹੇ ਹਾਂ ਅਤੇ NRI ਵੀਰਾਂ ਦੇ ਸਹਿਯੋਗ ਨਾਲ ਆ, ਪਿੰਡ ਦੇ ਜਿਹੜੇ ਹੋਰ ਦਾਨੀ ਸੱਜਣ ਆ ਉਹਨਾਂ ਦੇ ਸਹਿਯੋਗ ਨਾਲ ਆ। ਲੋਕਾਂ ਦੀ ਹੈਗੀ ਆ ਮੰਗ, ਜਿਸ ਤਰ੍ਹਾਂ ਕੋਈ ਗੁਰਦੁਆਰਾ ਸਾਹਿਬ ਵਿੱਚ ਕੋਈ ਪ੍ਰੋਗਰਾਮ ਹੁੰਦਾ ਆ ਵਿਆਹ ਭੋਗ ਦਾ, ਅਤੇ ਥੋੜ੍ਹੀ ਜਿਹੀ ਬਾਥਰੂਮ ਅਤੇ ਟੋਇਲਟਾਂ ਦੀ ਪ੍ਰੋਬਲਮ ਆਉਂਦੀ ਆ, ਉਹ ਛੋਟੇ ਆ। ਇਸ ਕਰਕੇ ਸਾਡੇ ਕੋਲ ਜਗ੍ਹਾ ਸੀਗੀ ਪੰਚਾਇਤ ਦੀ, ਉਹ ਸ਼ਾਮਲਾਟ ਅਸੀਂ ਕਿਹਾ ਵੀ ਉਹਦੇ ਵਿੱਚ ਬਣਾ ਲਓ, ਜਿਹਦੀ ਦੇਖ ਰੇਖ ਅਤੇ ਮਾਲਕਾਨਾ ਹੱਕ ਉਹਦੇ ਉੱਤੇ ਸਿਰਫ ਪੰਚਾਇਤ ਦਾ ਹੀ ਰਹੂਗਾ। ਇਸ ਕਰਕੇ ਅਸੀਂ ਉਹ ਟੋਇਲਟਾਂ ਬਣਾ ਰਹੇ ਹਾਂ। ਧੰਨਵਾਦ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਜਰਨੈਲ ਸਿੰਘ, ਗੁਰਦੁਆਰਾ ਸਾਹਿਬ ਕਮੇਟੀ ਦਾ ਜਨਰਲ ਸਕੱਤਰ। ਇਸ ਤਰ੍ਹਾਂ ਸਮੱਸਿਆ ਚੱਲ ਰਹੀ ਸੀ ਕਿ ਗੁਰਦੁਆਰਾ ਸਾਹਿਬ ਸਾਡੇ ਉੱਪਰ ਦਰਬਾਰ ਹਾਲ ਆ, ਥੱਲੇ ਲੰਗਰ ਹਾਲ ਆ, ਕੰਮ ਮੈਰਿਜ ਪੈਲੇਸ ਹੈ। ਉੱਥੇ ਸਾਰੇ ਪਿੰਡ ਵਿੱਚ ਧਾਰਮਿਕ ਅਤੇ ਸਮਾਜਿਕ ਕਾਰਜ ਕੀਤੇ ਜਾਂਦੇ, ਸਾਰੇ ਪਿੰਡ ਵੱਲੋਂ ਸਾਂਝੇ ਤੌਰ 'ਤੇ। ਹਰੇਕ ਧਰਮ ਦੇ ਬੱਚਿਆਂ ਦੇ ਵਿਆਹ, ਚਾਹੇ ਲੜਕੇ ਦਾ ਵਿਆਹ ਹੋਵੇ ਚਾਹੇ ਲੜਕੀ ਦਾ ਵਿਆਹ ਹੋਵੇ, ਉਸ ਨੂੰ ਮੈਰਿਜ ਪੈਲੇਸ ਵਜੋਂ ਹੀ ਵਰਤਿਆ ਜਾਂਦਾ ਹੈ। ਅਤੇ ਪਰ ਗੁਰਦੁਆਰਾ ਸਾਹਿਬ ਵੱਲੋਂ ਕੋਈ ਵੀ ਉਹਦੀ ਫੀਸ ਨਹੀਂ ਰੱਖੀ ਗਈ, ਕੋਈ ਸ਼ਰਤ ਨਹੀਂ ਰੱਖੀ ਗਈ। ਕੋਈ ਵੀ ਆ ਕੇ ਉੱਥੇ ਆਪਣਾ ਕਾਰਜ ਕਰ ਸਕਦਾ। ਸਿਰਫ 1-2 ਸ਼ਰਤਾਂ ਆ ਕਿ ਉੱਥੇ ਵੈਜੀਟੇਰੀਅਨ ਵੈਸ਼ਨੂੰ ਖਾਣਾ ਬਣਾਇਆ ਜਾਵੇ ਅਤੇ ਇੱਕ ਸਫਾਈ ਕੀਤੀ ਜਾਵੇ। ਅਤੇ ਜਦੋਂ ਇੱਦਾਂ ਦੇ ਫੰਕਸ਼ਨ ਹੁੰਦੇ ਆ, ਵਿਆਹ ਦੇ ਵਿੱਚ ਲੋਕਾਂ ਨੇ ਵਧੀਆ ਵਧੀਆ ਕੱਪੜੇ ਪਾਏ ਹੁੰਦੇ। ਸਾਡੇ ਬਾਥਰੂਮ ਥੋੜ੍ਹੇ ਲੋ ਸਟੈਂਡਰਡ ਦੇ ਸੀ, ਗੁਰਦੁਆਰਾ ਸਾਹਿਬ ਦੇ ਛੋਟੇ ਸੀਗੇ। ਜਦੋਂ ਰਸ਼ ਪੈ ਜਾਂਦਾ ਅਤੇ ਫਿਰ ਉਹ ਕੰਮ ਪੂਰਾ ਨਹੀਂ ਹੁੰਦਾ ਉੱਥੇ। ਅਸੀਂ ਸਾਰਿਆਂ ਨੇ ਸਲਾਹ ਕਰਕੇ, ਕਿਉਂਕਿ NRI ਭਰਾ ਹਰ ਸਾਲ ਕਹਿੰਦੇ ਹੁੰਦੇ ਆ ਵੀ ਜਾਂ ਪਿੰਡ ਦੇ ਲੋਕ ਜਿਹੜੇ ਸੇਵਾ ਕਰਦੇ ਵੀ ਕੁਛ ਨਾ ਕੁਛ ਗੁਰਦੁਆਰੇ ਦੀ ਡਿਵੈਲਪਮੈਂਟ ਵਾਸਤੇ ਬਣਾਓ। ਪਰ ਐਤਕੀ ਸਾਨੂੰ ਪਬਲਿਕ ਟੋਇਲਟ ਦੀ ਜਿੱਦਾਂ ਲੋੜ ਸੀ, ਅਤੇ ਗੁਰਦੁਆਰੇ ਦੀ ਕੰਧ ਦੇ ਨਾਲ ਹੀ ਸ਼ਾਮਲਾਟ ਜੋ ਪਈ ਹੈ, ਜੋ ਕਿ ਕਿਸੇ ਵੀ ਵਰਤੋਂ ਵਿੱਚ ਨਹੀਂ ਆ ਰਹੀ ਸੀ, ਉੱਦਾਂ ਹੀ ਪਈ ਸੀਗੀ। ਅਤੇ ਉਸ ਥਾਂ ਦੇ ਉੱਤੇ ਪੰਚਾਇਤ ਨੇ ਆਪਣਾ ਪੰਚਾਇਤ ਦਾ ਮਤਾ ਪਾ ਕੇ, ਆਮ ਇਜਲਾਸ ਪਾ ਕੇ ਉਹ ਜਗ੍ਹਾ ਮੁਹੱਈਆ ਕਰਾਈ ਹੈ, ਅਤੇ ਜਿਸ 'ਤੇ ਪਬਲਿਕ ਟੋਇਲਟ ਬਣਾਉਣੀ ਹੈ, ਤਾਂ ਕਿ ਜੋ ਕਿ ਗੁਰਦੁਆਰਾ ਸਾਹਿਬ ਨੇੜੇ ਹੈ, ਉੱਥੇ ਕੋਈ ਵੀ ਕਾਰਜ ਹੋਵੇ ਅਤੇ ਉਹ ਪਬਲਿਕ ਟੋਇਲਟ ਵੀ ਯੂਜ ਕਰ ਸਕਦੇ ਆ ਸਾਂਝੇ ਤੌਰ 'ਤੇ। ਇਸ ਕਰਕੇ ਸਿਰਫ ਸਾਡੀ ਤਾਂ ਡਿਊਟੀ ਇਹੀ ਹੈ ਕਿ ਅਸੀਂ NRI ਭਰਾਵਾਂ ਤੋਂ ਜਾਂ ਹੋਰ ਸੇਵਾਦਾਰਾਂ ਤੋਂ ਜੋ ਆਪਾਂ ਸੇਵਾ ਲੈ ਕਰਕੇ ਉਹ ਖਰਚਾ ਆਪਾਂ ਕਰਨਾ ਹੈ। ਉਹਦੇ ਉੱਤੇ ਕੋਈ ਕਬਜ਼ੇ ਵਾਲੀ ਗੱਲ ਨਹੀਂ, ਕੋਈ ਕੁਛ ਨਹੀਂ ਹੈ। ਬਿਲਕੁਲ ਪ੍ਰੋਪਰ ਚੈਨਲ ਦੇ ਨਾਲ ਮਤਾ ਪਾ ਕੇ ਉਸ ਨੂੰ ਉਸ ਉਸਾਰੀ ਅਧੀਨ ਕੀਤਾ ਗਿਆ ਹੈ। ਬਾਕੀ ਜੋ ਕਿ ਕੁਛ ਰੁਕਾਵਟ ਪਈ ਹੈ, ਉਹ ਆਪਣੇ ਪੰਚ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿਸ ਤਰ੍ਹਾਂ, ਜਿੱਦਾਂ ਵੀ ਪ੍ਰਸ਼ਾਸਨ ਦਾ ਹੁਕਮ ਹੋਊਗਾ, ਜਿੱਦਾਂ ਵੀ ਉੱਥੋਂ ਹੁਕਮ ਆਊਗਾ, ਉਹਦੇ ਹਿਸਾਬ ਦੇ ਨਾਲ ਉਸ ਬਣਾਈਆਂ ਜਾਣਗੀਆਂ। ਇਹ ਆਮ ਇਜਲਾਸ, ਆਮ ਲੋਕਾਂ ਦੀ ਮੰਗ ਦੇ ਹਿਸਾਬ ਦੇ ਨਾਲ, ਜੋ ਲੋਕਾਂ ਦੀ ਡਿਮਾਂਡ ਹੈ ਉਹਦੇ ਹਿਸਾਬ ਦੇ ਨਾਲ ਬਣਾਈਆਂ ਜਾ ਰਹੀਆਂ ਹਨ। ਤੋ ਇੰਨੀ ਹੀ ਸਾਰੀ ਗੱਲਬਾਤ ਹੈ। ਸਤਿ ਸ਼੍ਰੀ ਅਕਾਲ ਜੀ। ਇਹ ਜਗ੍ਹਾ ਪੰਚਾਇਤ ਨੇ ਦਿੱਤੀ ਹੈ ਜੀ, ਅਤੇ ਸਾਰਾ ਕੁਛ ਹੀ ਜੋ ਵੀ ਬਣ ਰਿਹਾ, ਜੋ ਵੀ ਮਟੀਰੀਅਲ ਆ ਰਿਹਾ ਪੰਚਾਇਤ ਦੇ ਥਰੂ ਆ ਰਿਹਾ। ਲੇਕਿਨ ਜੋ ਉਹਦੀ ਪੇਮੈਂਟ ਦਾ ਖਰਚਾ ਹੈ ਉਹ NRI ਭਰਾ ਜੋ ਸਾਡੇ ਬਾਹਰ ਆ, ਜਾਂ NRI ਸਪੋਰਟਸ ਕਲੱਬ ਆ, ਜਾਂ ਹੋਰ NRI ਹਰ ਸਾਲ ਸੇਵਾ ਕਰਦੇ ਆ। ਕਿਉਂਕਿ ਹਰ ਸਾਲ ਬਾਅਦ ਉਹ ਕਹਿੰਦੇ ਕੁਛ ਨਾ ਕੁਛ ਬਣਾਇਆ ਕਰੋ, ਪੇਮੈਂਟ ਸਾਨੂੰ ਕਰਦੇ ਆ, ਪੈਸੇ ਸੇਵਾ ਦਿੰਦੇ ਆ ਸਾਲ ਬਾਅਦ, ਜੋ ਦਸਵੰਧ ਕਹਿ ਲਓ ਜਾਂ ਜਿੱਦਾਂ ਮਰਜ਼ੀ, ਜੋ ਜਿਨ੍ਹਾਂ ਦੀ ਆਸਥਾ ਗੁਰੂ ਘਰ 'ਤੇ ਹੈ। ਅਤੇ ਐਤਕੀ ਸਿਰਫ ਬਾਕੀ ਸਾਰਾ ਕੁਛ ਪੰਚਾਇਤ ਨੇ ਹੀ ਕਰਨਾ, ਜੋ ਵੀ ਬਿੱਲ ਸਾਰੇ ਪੰਚਾਇਤ ਦੇ ਨਾਂ 'ਤੇ ਬਣਨੇ ਆ। ਸਿਰਫ ਇੱਕ ਪੇਮੈਂਟ ਦਾ ਕਹਿੰਦਾ ਸੇਵਾ ਜਿਹੜੀ ਆ ਉਹਦੇ ਖਰਚਾ ਪਾਣੀ ਹੈ ਉਹ NRI ਭਰਾਵਾਂ ਤੋਂ। ਸਾਡੀ ਤਾਂ ਸਿਰਫ ਇਹ ਡਿਊਟੀ ਹੈ, ਅਸੀਂ ਇਕੱਠਾ ਕਰਕੇ ਉੱਥੇ ਉਹ ਖਰਚ ਕਰਨਾ ਜੀ। ਨਹੀਂ, ਇੱਦਾਂ ਦੀ ਕੋਈ ਗੱਲਬਾਤ ਨਹੀਂ ਜੀ। ਜੋ ਵੀ ਉਸਾਰੀ ਕੀਤੀ ਗਈ ਹੈ, ਕੋਈ ਵੀ ਉਸ ਕੰਧਾਂ ਦਾ ਲਿੰਕ ਕਿਸੇ ਗੁਰਦੁਆਰੇ ਦੀ ਕੰਧ ਨਾਲ ਜਾਂ ਦਾੜਾ ਵਿੱਚ ਫਸਾਇਆ ਜਾਂ ਕੁਛ ਕੀਤਾ ਇਸ ਤਰ੍ਹਾਂ ਦਾ, ਉਹਨੂੰ ਬਿਲਕੁਲ ਹੀ ਸੈਪਰੇਟ, ਇਹ ਤਾਂ ਸਿਰਫ ਨੇੜੇ ਕਰਕੇ ਆ ਵੀ ਚਲੋ ਨੇੜੇ ਆ, ਗੁਰਦੁਆਰਾ ਫੰਕਸ਼ਨ ਹੋਊਗਾ, ਬਾਹਰ ਦੀ ਜਾ ਕੇ ਬਾਹਰ ਦੀ ਗੇਟ ਰੱਖਿਆ ਜਾਊਗਾ, ਉਹਨੂੰ ਬਾਹਰ ਦੀ ਜਾ ਕੇ ਆਮ ਚਲੋ ਜਿਹੜਾ ਨਹੀਂ ਹਾਂਜੀ ਉੱਪਰ ਦੀ ਆਊਗਾ ਜੀ।
ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਦੋਂ ਕਈ ਵਾਰੀ ਸਾਨੂੰ ਵੀ ਸ਼ਰਮ ਆਉਂਦੀ ਹੈ ਵੀ ਬਾਹਰਲੇ ਬੰਦੇ ਆ ਕੇ ਕੋਈ ਕੰਧਾਂ ਨਾਲ ਜਾ ਕੇ ਪਿਸ਼ਾਬ ਕਰਦੇ ਆ, ਜਦੋਂ ਜ਼ਿਆਦਾ ਰਸ਼ ਹੋ ਜਾਂਦਾ ਕਿਸ ਤਰ੍ਹਾਂ ਸਾਨੂੰ ਵੀ ਸ਼ਰਮ ਕਰਨਾ ਜੀ। ਅਸੀਂ ਪਿੰਡ ਦੀ ਪੰਚਾਇਤ ਦੀ ਸਹਿਮਤੀ ਦੇ ਨਾਲ ਗੁਰਦੁਆਰੇ ਦੇ ਨਜ਼ਦੀਕ ਕੰਧ ਦੇ ਦੂਜੇ ਪਾਸੇ ਅਸੀਂ ਟੋਇਲਟਾਂ ਬਣਾ ਰਹੇ ਹਾਂ ਜੀ। ਉਹਦੇ ਵਿੱਚ ਗੁਰਦੁਆਰੇ ਦਾ ਕੋਈ ਵੀ ਲੈਣ ਦੇਣ ਨਹੀਂ ਹੈਗਾ ਜੀ। ਜਿਹੜਾ ਵੀ ਪੈਸਾ ਆ ਜੀ ਉਹ ਸਾਰਾ ਬਾਹਰੋਂ ਜਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਦਾ ਆ ਰਿਹਾ ਜੀ। ਉਹਨਾਂ ਟੋਇਲਟਾਂ ਨਾਲ ਗੁਰਦੁਆਰੇ ਦਾ ਕੋਈ ਮਤਲਬ ਨਹੀਂ। ਉਹ ਤਾਂ ਸਿਰਫ ਇਸ ਕਰਕੇ ਬਣਾ, ਜਦੋਂ ਪ੍ਰੋਗਰਾਮ ਹੁੰਦੇ ਆ ਜੀ, ਜਦੋਂ ਸੰਗਤ ਜ਼ਿਆਦਾ ਹੋ ਜਾਂਦੀ ਆ ਜੀ, ਮੰਨ ਲਓ ਬਾਥਰੂਮ ਗੁਰਦੁਆਰੇ ਛੋਟੇ ਆ, ਜੇ ਉਹ ਨਹੀਂ ਜਾਣਾ ਆ ਤਾਂ ਫਿਰ ਬਾਹਰ ਕਿਤੇ ਜਾਂਦੇ ਆ, ਅਤੇ ਉਹਦੇ ਜੇ ਉਹ ਜਾਣਗੇ ਤਾਂ ਉੱਧਰ ਦੀ ਉਹ ਟੋਇਲਟਾਂ ਆਪਣੀਆਂ ਯੂਜ਼ ਕਰ ਲੈਣ ਜੀ। ਇਸ ਕਰਕੇ ਅਸੀਂ ਬਣਾ ਰਹੇ ਹਾਂ। ਉਹਨਾਂ ਟੋਇਲਟਾਂ ਦਾ ਗੁਰਦੁਆਰੇ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਟੋਇਲਟਾਂ ਬਣਾਉਣ ਦੇ ਨਾਲ ਕੋਈ ਗਲੀ 'ਚ ਕਿਸੇ ਲੰਘਣ 'ਚ ਪ੍ਰੋਬਲਮ ਆਉਂਦੀ ਹੈ ਜਾਂ ਗਲੀ ਤੰਗ ਹੁੰਦੀ, ਇੱਦਾਂ ਦਾ ਕੋਈ ਸਮੱਸਿਆ ਜੀ? ਨਹੀਂ, ਇੱਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਜੀ। ਉੱਥੇ ਤਾਂ ਉਹ ਜਿਹੜਾ ਥਾਂ ਆ ਉੱਦਾਂ ਹੀ ਪਿਆ ਆ ਹੈਗਾ ਜੀ। ਮੈਨੂੰ ਤਕਰੀਬਨ ਹੋ ਗਿਆ 10 ਸਾਲ ਆਉਂਦੇ ਨੂੰ ਗੁਰਦੁਆਰੇ, ਇੱਦਾਂ ਹੀ ਪਿਆ ਜੀ। ਉਹਦੇ ਕੋਈ ਯੂਜ਼ ਨਹੀਂ, ਸਮਾਂ ਲੋਕ ਉੱਥੇ ਗੰਦ ਹੀ ਸਿੱਟਦੇ ਆ ਜੀ। ਇਹ ਜਿਹੜੇ ਬੰਦੇ ਆ ਜੀ, ਇਹਨਾਂ ਨਾਲ ਕਮੇਟੀ ਦੇ ਮੈਂਬਰਾਂ ਨਾਲ ਜਾਂ ਪ੍ਰਧਾਨ ਨਾਲ, ਪ੍ਰਬੰਧਕ ਕਮੇਟੀ ਨਾਲ ਕਿਸੇ ਦਾ ਕੋਈ ਝਗੜਾ ਤਾਂ ਨਹੀਂ ਪਹਿਲਾਂ ਹੋਇਆ ਜੀ? ਨਾ ਜੀ, ਕਦੀ ਨਹੀਂ, ਕਦੀ ਵੀ ਨਹੀਂ ਜੀ। ਅਸੀਂ ਕਿਸੇ ਨੂੰ ਕਦੀ ਕੁਛ ਕਹਿੰਦੇ ਹੀ ਨਹੀਂ ਜੀ, ਨਾ ਉਹਨੇ ਵੀ ਨਹੀਂ ਸਾਨੂੰ ਕਦੀ ਕੁਛ ਕਿਹਾ। ਹੁਣ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਇਹਨਾਂ ਨੂੰ ਮੰਨ ਲਓ ਕਾਹਤੇ ਇੱਦਾਂ ਹੋ ਗਈ ਜੀ। ਮਤਲਬ ਬਿਨਾਂ ਵਜ੍ਹਾ ਦੇ ਉੱਤੇ ਸਾਰਾ ਕੁਛ, ਹਾਂਜੀ ਹਾਂਜੀ, ਬਿਨਾਂ ਵਜ੍ਹਾ ਤੋਂ ਸਾਰਾ ਕੁਛ ਹੋ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜੀਤ ਸਿੰਘ ਪੁੱਤਰ ਸਰਦਾਰ ਸੋਹਣ ਸਿੰਘ, ਵਾਸੀ ਪਿੰਡ ਦੋਲੀ ਕੇ ਹਾਂ ਜੀ। ਜਿਸ ਤਰ੍ਹਾਂ ਕਿ ਆਮ ਸਾਰੇ ਪਿੰਡ ਦੇ ਵਾਸੀਆਂ ਨੂੰ ਬਹੁਤ ਚਿਰ ਤੋਂ ਇਹ ਮੰਗ ਸੀ ਪਿੰਡ ਦੇ ਵਾਸੀਆਂ ਦੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਟੋਇਲਟਾਂ ਹਨ, ਬਾਥਰੂਮ ਹਨ, ਬਹੁਤ ਛੋਟੇ ਹਨ। ਬਾਹਰ ਕੋਈ ਟੋਇਲਟਾਂ ਬਣਾ ਕੇ, ਬਾਥਰੂਮ ਬਣਾ ਕੇ, ਜਦੋਂ ਕੋਈ ਫੰਕਸ਼ਨ ਹੁੰਦਾ ਹੈ ਕਿਤੇ ਗੁਰਦੁਆਰਾ ਸਾਹਿਬ, ਜਾਂ ਪਿੰਡ ਦੇ ਵਿੱਚ ਕੋਈ ਵਿਆਹ ਸ਼ਾਦੀ ਆਉਂਦੀ ਹੈ, ਬਾਹਰੋਂ ਰਿਸ਼ਤੇਦਾਰ ਆਉਂਦੇ ਹਨ, ਅਤੇ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੀ ਜਿੱਥੇ ਕੋਈ ਬਾਥਰੂਮ ਜਾ ਸਕੇ ਪਰਦੇ ਨਾਲ, ਜਾਂ ਬੀਬੀਆਂ ਕੋਈ ਪਰਦੇ ਨਾਲ ਬਾਥਰੂਮ ਜਾ ਸਕਣ। ਇਸ ਕਰਕੇ ਪੰਚਾਇਤ ਨੂੰ ਇਹ ਮੰਗ ਰੱਖੀ ਹੋਈ ਸੀਗੀ ਵੀ ਪੰਚਾਇਤ ਕੋਈ ਆਪਣੀ ਜਗ੍ਹਾ ਦੇਵੇ ਅਤੇ NRI ਵੀਰ ਜਾਂ ਪਿੰਡ ਦੇ ਦਾਨੀ ਸੱਜਣ ਉਸ ਵਿੱਚ ਮਦਦ ਕਰਕੇ ਉਹ ਸਾਰਾ ਹੀ ਕੰਮ ਨੇਪਰੇ ਚੜ੍ਹਾਉਣ ਜੀ। ਸੋ ਹੁਣ ਪੰਚਾਇਤ ਨੇ ਮਿਹਰਬਾਨੀ ਕੀਤੀ ਹੈ, ਜਗ੍ਹਾ ਦਿੱਤੀ ਹੈ ਸ਼ਾਮਲਾਟ ਦੀ, ਅਤੇ ਉਸ ਦੇ ਵਿੱਚ ਜੋ ਉਸਾਰੀ ਹੋ ਰਹੀ ਆ ਉਹ NRI ਭਰਾਵਾਂ ਦੇ ਸਹਿਯੋਗ ਨਾਲ ਹੋ ਰਹੀ ਆ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੋ ਰਹੀ ਆ, ਅਤੇ ਉਸ ਵਿੱਚ ਪਿੰਡ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ। ਸਿਰਫ 1-2 ਬੰਦੇ ਹਨ ਜਿਹਨਾਂ ਨੂੰ ਕੋਈ ਸ਼ਿਕਾਇਤ ਹੈ, ਜੋ ਰੋਕਣਾ ਚਾਹੁੰਦੇ ਹਨ ਉਸ ਕੰਮ ਨੂੰ। ਇਸ ਕਰਕੇ ਅਸੀਂ ਵੀ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਾਂ ਹੋਰ ਸਾਡੇ ਜਿੰਨੇ ਵੀ ਪਤਵੰਤੇ ਪਿੰਡ ਦੇ ਸੱਜਣ ਉਹਨਾਂ ਨੂੰ ਬੇਨਤੀ ਆ ਵੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ ਔਰ ਪਿੰਡ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਜੀ। ਹਾਂਜੀ, ਬਾਕੀ ਜਿਹੜਾ ਜੀ ਨਾਲ ਸ਼ਾਮਲਾਟ ਦੇ ਥੜਾ ਲੱਗਦਾ ਸੀਗਾ ਜੀ ਬੋਰਡ ਦਾ, ਉਹ ਬਿਲਕੁਲ ਖਸਤਾ ਹਾਲਤ ਦਾ ਹੋ ਚੁੱਕਿਆ ਸੀਗਾ ਜੀ। ਅਤੇ ਪਿੰਡ ਦੇ ਦਾਨੀ ਸੱਜਣਾਂ ਨੇ ਇਹ ਸੁਝਾਅ ਵੀ ਦਿੱਤਾ ਸੀ ਨਾਲ ਹੀ ਵੀ ਉਸ ਥੜੇ ਦਾ ਸੁੰਦਰੀਕਰਨ ਕੀਤਾ ਜਾਵੇ, ਉੱਤੇ ਬਕਾਇਦਾ ਬਲੌਕ ਲਾ ਕੇ ਜਾਂ ਉਹਦੇ ਉੱਤੇ ਉਹਨੂੰ ਗੁਲਾਈ ਵਿੱਚ ਕਰਕੇ ਵਧੀਆ ਚਾਰਦੀਵਾਰੀ ਕਰਕੇ ਉਹਦੇ ਥੜੇ ਦੀ, ਅਤੇ ਨਾਲ ਕੋਈ ਗੱਡੀਆਂ ਦੀ ਖੜ੍ਹੇ ਕਰਨ ਨੂੰ ਪਾਰਕਿੰਗ ਬਣਾਈ ਜਾਵੇ, ਜਾਂ ਕੋਈ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਵਗੈਰਾ ਲਾਏ ਜਾਣ ਜੀ। ਉਹ ਵੀ NRI ਵੀਰਾਂ ਦੇ ਸਹਿਯੋਗ ਨਾਲ ਹੀ ਹੋਵੇਗਾ ਜੀ। ਨਹੀਂ ਜੀ, ਪੰਚਾਇਤ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ, ਬੋਲਚਾਲ ਬਹੁਤ ਵਧੀਆ, ਸਾਰੇ ਪਿੰਡ ਨਾਲ ਬੋਲਚਾਲ ਵਧੀਆ ਸੀਗੀ ਜੀ ਉਹਨਾਂ ਦੀ, ਪਰ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਵਿੱਚ ਆਇਆ ਵੀ ਇਹ ਇਸ ਕੰਮ ਨੂੰ ਰੋਕਣਾ ਚਾਹੁੰਦੇ ਆ ਜੀ। ਉਹ ਰੰਜਿਸ਼ ਕਿਸੇ ਨਾਲ ਕੁਛ ਨਹੀਂ ਉਹਨਾਂ ਦੀ। ਨਹੀਂ ਜੀ, ਫਿਲਹਾਲ ਤਾਂ ਸਾਡੇ ਪਿੰਡ 'ਚ ਬਹੁਤ ਵਧੀਆ ਭਾਈਚਾਰਾ ਬਣਿਆ ਹੋਇਆ ਜੀ, ਕੋਈ ਵੋਟਾਂ ਦਾ ਚੱਕਰ ਨਹੀਂ ਹੈ, ਅਤੇ ਇਸ ਟਾਈਮ ਸਾਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਕਿਉਂ ਰੋਕਣਾ ਚਾਹੁੰਦੇ ਉਹ ਕੰਮ ਨੂੰ। ਨਹੀਂ, ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ ਜੀ। ਜੇ ਕੋਈ ਬੰਦਾ ਇੱਦਾਂ ਦਾ ਹੁੰਦਾ, ਇਹ ਸਿਰਫ 2 ਬੰਦੇ ਵਿਰੋਧ ਕਰਦੇ, ਕੋਈ ਹੋਰ 5-7 ਵਿਰੋਧ ਵੀ ਕਰ ਸਕਦੇ ਸੀਗੇ ਜੀ ਆ ਕੇ। ਬਲਕਿ ਉਸ ਦਿਨ ਤੇ ਸਾਰਾ ਪਿੰਡ ਇੱਥੇ ਨਾਲ ਪਹੁੰਚਿਆ ਹੋਇਆ ਸੀਗਾ ਜੀ, ਸਾਰੇ ਪਿੰਡ ਨੇ ਨਾਲ ਕਾਰਜ ਆਪ ਕਰਾਇਆ ਜੀ ਹੋ ਕੇ। ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਜੀ, ਪੰਚਾਇਤ ਦਾ ਸਹਿਯੋਗ ਦਿੱਤਾ ਜਾਵੇ। ਜਿਹੜੇ ਪਤਵੰਤੇ ਸੱਜਣ ਮੋਹਰੇ ਹੋ ਕੇ ਇਸ ਕੰਮ ਨੂੰ ਮਾਇਆ ਦੀ ਫੰਡਿੰਗ ਕਰ ਰਹੇ ਆ ਜੀ, ਜੇ ਜਾਂ ਆਪਣੇ ਮਾਇਆ NRI ਵੀਰਾਂ ਤੋਂ ਲੈ ਕੇ ਅੱਗੇ ਦੇ ਰਹੇ ਆ, ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਜੀ। ਕੱਲ੍ਹ ਨੂੰ ਕੋਈ ਕਾਨੂੰਨੀ ਕਾਰਵਾਈ ਹੁੰਦੀ ਆ, ਸਾਨੂੰ ਉਹਨਾਂ ਦੇ ਮਗਰ ਪੂਰਾ ਤੁਰਨਾ ਚਾਹੀਦਾ ਜੀ। ਮੈਂ ਪਿੰਡ ਵਾਸੀ ਹੋਣ ਦੇ ਨਾਤੇ ਇਹੀ ਇਹਨਾਂ ਪਤਵੰਤੇ ਸੱਜਣਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ ਜਲਦੀ ਤੋਂ ਜਲਦੀ, ਕਿਉਂਕਿ ਪਬਲਿਕ ਦੀ ਮੰਗ ਆ ਜੀ, ਪਬਲਿਕ ਦੀ ਡਿਮਾਂਡ 'ਤੇ ਟੋਇਲਟਾਂ ਬਣ ਰਹੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਰਮਲ ਸਿੰਘ ਲੰਬੜਦਾਰ ਦੁੱਲੀ ਕੇ ਬੋਲ ਰਿਹਾ ਹਾਂ ਕਿ ਜੋ ਵੀ ਆ ਪਿੰਡ ਦੇ ਵਿੱਚ ਚੱਲਿਆ ਇਸ਼ੂ, ਇਹ ਬਹੁਤ ਮਤਲਬ ਕਿ ਮੇਰੀ ਸਮਝ ਤੋਂ ਬਾਹਰ ਆ ਇਹ,
ਕਿਉਂਕਿ ਪਿੰਡ ਦਾ ਮਸਲਾ ਸਾਰੇ ਕਿਸੇ ਨੂੰ ਪ੍ਰੋਬਲਮ ਨਹੀਂ, ਰਾਹ ਵੀ ਖੁੱਲ੍ਹਾ ਆ ਅਤੇ ਗੁਰਦੁਆਰੇ ਦੇ ਨਜ਼ਦੀਕ ਆ। ਲੋਕਾਂ ਦੀ ਪਬਲਿਕ ਦੀ ਡਿਮਾਂਡ ਆ ਕਿ ਇਹ ਕੰਮ ਧੁਰੇ ਚੜ੍ਹੇ। ਮੈਂ ਤਾਂ ਸਾਰੀ ਦੂਸਰੀਆਂ ਪਾਰਟੀਆਂ ਦੀ ਅਪੀਲ ਕਰਦਾ ਵੀ ਰਲ ਮਿਲ ਕੇ ਇਹ ਤਿੰਦੀ ਨੂੰ ਵੀ ਤਾਂ ਉਹਨੂੰ ਵੀ ਆਖੂੰਗਾ, ਸੰਦੀਪ ਸਿੰਘ ਨੂੰ ਵੀ ਸਾਡੇ ਨਾਲ ਸਹਿਯੋਗ ਦਿਓ। ਇਹ ਪਿੰਡ ਦਾ ਮਸਲਾ ਆ, ਤੁਹਾਡਾ ਜਿਹੜਾ ਮੂਹਰੇ ਜੇ ਕਹਿੰਦੇ ਆ ਤਾਂ ਉਹ ਕੋਈ ਮਤਲਬ ਨਹੀਂ। ਮਤਲਬ ਹੋਰ ਬੋਲ ਜੀ ਹੋਰ ਪਿੰਡ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਜਿੱਦਾਂ ਮਾਹੌਲ ਆ ਥੋੜ੍ਹਾ ਜਿਹਾ ਤਣਾਅਪੂਰਨ ਵੀ ਬਣਿਆ। ਮੈਂ ਤਾਂ ਪਿੰਡ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਵੀ ਆਪਸ ਵਿੱਚ ਹੀ ਸਾਂਝ ਪਿਆਰ ਦੇ ਨਾਲ ਪਿੰਡ ਦੇ ਵਿੱਚ ਰਹੋ। ਲੋਕ ਦੁਨੀਆ ਬਹੁਤ ਦੂਰ ਤਾਈਂ ਪਹੁੰਚ ਗਈ ਆ, ਪਿੰਡ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ। ਬਹੁਤ ਵਧੀਆ ਲੱਗਦਾ।